So today we start with the unit 3 electrochemistry. So electrochemistry ਕੀ ਹੈ ਬੇਟਾ? ਇਹ ਜਿਹੜਾ ਸ਼ਬਦ ਹੈ ਦੋ ਸ਼ਬਦਾਂ ਤੋਂ ਬਣਿਆ ਇਲੈਕਟ੍ਰੋਕੈਮਿਸਟਰੀ। ਠੀਕ ਹੈ। ਸੋ ਇਲੈਕਟ੍ਰੋਕੈਮਿਸਟਰੀ ਕੀ ਹੈ ਵੀ ਜਦੋਂ ਕੋਈ ਕੈਮੀਕਲ ਚੇਂਜ ਹੋਵੇ ਤੇ ਉਹਦੇ ਨਾਲ ਸਾਨੂੰ ਕੀ ਪੈਦਾ ਹੋਵੇ? ਇਲੈਕਟ੍ਰਿਸਿਟੀ। ਠੀਕ ਹੈ। ਜਾਂ ਫਿਰ ਕੀ ਹੈ ਜਦੋਂ ਇਲੈਕਟ੍ਰਿਸਿਟੀ ਦੇ ਨਾਲ ਆਪਾਂ ਕੋਈ ਕੈਮੀਕਲ ਚੇਂਜ ਕਰੀਏ ਤਾਂ ਜਿਹੜੇ ਦੋਨੋਂ ਫਿਨੋਮੀਨਾ ਹੈ ਉਹਨਾਂ ਦੀ ਸਟੱਡੀ ਆਪਾਂ ਕਰਾਂਗੇ ਅੰਡਰ ਇਲੈਕਟ੍ਰੋਕੈਮਿਸਟਰੀ। ਸੋ ਕੀ ਡੈਫੀਨੇਸ਼ਨ ਹੈ? the branch of science which deals with the production of electricity from spontaneous chemical change। spontaneous ਕਿਹੜੀ ਹੁੰਦੀ ਹੈ? ਜਿਹੜੀ ਕੋਈ ਰਿਐਕਸ਼ਨ ਆਪਣੇ ਆਪ ਜਿਹੜੀ ਕਿਰਿਆ ਹੁੰਦੀ ਹੈ, ਜਦੋਂ ਕੋਈ ਆਪਣੇ ਆਪ ਕਿਰਿਆ ਹੋ ਕੇ ਇਲੈਕਟ੍ਰਿਸਿਟੀ ਠੀਕ ਹੈ ਜਨਰੇਟ ਇਲੈਕਟ੍ਰੋਨਸ ਜਨਰੇਟ ਹੋ ਰਹੇ ਨੇ। ਠੀਕ ਹੈ। ਆਪਾਂ +1 ਦੇ ਵਿੱਚ ਰਿਡੌਕਸ ਰਿਐਕਸ਼ਨਸ ਦੀ ਸਟੱਡੀ ਕੀਤੀਆਂ ਨੇ। ਠੀਕ ਹੈ ਵੀ ਕਿਸ ਤਰ੍ਹਾਂ ਜਦੋਂ ਅਸੀਂ ਜਿਹੜਾ ਹੈਗਾ ਐਨੋਡ ਹਾਫ ਸੈੱਲ ਇੱਕ ਕੈਥੋਡ ਹਾਫ ਸੈੱਲ ਲੈਣਾ, ਐਨੋਡ ਹਾਫ ਸੈੱਲ ਤੋਂ ਸਾਨੂੰ ਇਲੈਕਟ੍ਰੋਨ ਜਨਰੇਟ ਹੁੰਦੇ ਨੇ, ਕੈਥੋਡ ਕਨੀ ਜਾਂਦੇ ਨੇ। So due to spontaneous chemical change electricity is produced। and दूसरा phenomena की है use of electric current to bring about a non spontaneous chemical reaction। ਤਾਂ electricity pass करके ਅਸੀਂ ਇੱਕ non spontaneous ਕੋਈ ਕਿਰਿਆ ਕਰ ਦਈਏ ਠੀਕ ਹੈ ਤਾਂ ਉਹ ਵੀ ਅੰਡਰ ਆਏਗਾ ਇਲੈਕਟ੍ਰੋਕੈਮਿਸਟਰੀ। ਸੋ ਦੋ ਤਰ੍ਹਾਂ ਦੇ ਸੈਲਸ ਆਪਾਂ ਇਹਦੇ 'ਚ ਸਟੱਡੀ ਕਰਾਂਗੇ। ਇੱਕ ਹੁੰਦੇ ਨੇ ਇਲੈਕਟ੍ਰੋਕੈਮੀਕਲ ਸੈੱਲ, ਦੂਜੇ ਇਲੈਕਟ੍ਰੋਲਿਟਿਕ ਸੈਲਸ। Understand? So next, so electrochemistry ਦਾ ਜਿਹੜਾ ਬੇਸ ਹੈਗਾ that is redox reactions। ਠੀਕ ਹੈ। so redox reactions ਕੀ ਹੁੰਦੇ ਨੇ? ਜਿਨ੍ਹਾਂ 'ਚ ਦੋਨੋਂ ਚੀਜ਼ਾਂ ਹੋਣ, ਆਕਸੀਡੇਸ਼ਨ ਵੀ ਹੋਵੇ ਤੇ ਰਿਡਕਸ਼ਨ ਵੀ ਹੋਵੇ। ਨਾਓ ਆਕਸੀਡੇਸ਼ਨ ਕੀ ਹੁੰਦੀ ਹੈ, ਰਿਡਕਸ਼ਨ ਕੀ ਹੁੰਦੀ ਹੈ? ਆਕਸੀਡੇਸ਼ਨ ਕੀ ਹੈ? ਹੁਣ ਫॉर एग्जांपल ਇਹ ਜਿਹੜੀ ਰਿਐਕਸ਼ਨ ਦਿੱਤੀ ਹੈ ਇਟ ਇਜ਼ ਐਗਜ਼ਾਮਪਲ ਆਫ ਏ ਰਿਡੌਕਸ ਰਿਐਕਸ਼ਨ ਜਿਹੜੀ ਅਸੀਂ +1 'ਚ ਵੀ ਸਟੱਡੀ ਕਰਕੇ ਆਏ ਹਾਂ। ਠੀਕ ਹੈ। ਤਾਂ ਆਕਸੀਡੇਸ਼ਨ ਕੀ ਹੁੰਦੀ ਹੈ? ਆਕਸੀਡੇਸ਼ਨ ਇਜ਼ ਦੀ ਲਾਸ ਆਫ ਇਲੈਕਟ੍ਰੋਨ। ਹੁਣ ਜਿਹੜਾ ਜ਼ਿੰਕ ਹੈ ਇਸਨੇ ਇਲੈਕਟ੍ਰੋਨ ਲੂਜ਼ ਕਰਕੇ ਕੀ ਬਣਾਤਾ? ਜ਼ਿੰਕ ਆਇਨਸ ਤੇ ਸੋਲੂਸ਼ਨ 'ਚ ਚਲਾ ਗਿਆ ਜ਼ਿੰਕ। ਜ਼ਿੰਕ ਦੀ ਰੋਡ ਆਪਾਂ ਨੇ ਡਿਪਟ ਕੀਤੀ ਹੋਈ ਹੈ ਜ਼ਿੰਕ ਸਲਫੇਟ ਦੇ ਵਿੱਚ। ਤਾਂ ਜ਼ਿੰਕ ਕੀ ਹੈ ਕਿਉਂਕਿ ਉਹਦੀ ਇਲੈਕਟ੍ਰੋਨ ਲੂਜ਼ ਕਰਨ ਦੀ ਟੈਂਡੈਂਸੀ ਜ਼ਿਆਦਾ ਹੈ ਸੋ ਇਟ ਵਿਲ ਲੂਜ਼ ਇਲੈਕਟ੍ਰੋਨ ਠੀਕ ਹੈ ਐਂਡ ਗੈਟ ਆਕਸੀਡਾਈਜ਼। ਦੂਸਰਾ ਜਿਹੜਾ ਸਾਡਾ ਹਾਫ ਸੈੱਲ ਹੈ ਉਹਦੇ 'ਚ ਅਸੀਂ ਕੀ ਪਾਇਆ ਹੈ? ਕਾਪਰ ਡਿਪਡ ਇਨ ਕਾਪਰ ਸਲਫੇਟ। ਹੁਣ ਕਾਪਰ ਦੀ ਟੈਂਡੈਂਸੀ ਕੀ ਹੈ? ਇਲੈਕਟ੍ਰੋਨ ਲੈਣ ਦੀ ਟੈਂਡੈਂਸੀ ਹੈ। ਸੋ ਰਿਡਕਸ਼ਨ ਕੀ ਹੁੰਦੇ? ਗੇਨ ਆਫ ਇਲੈਕਟ੍ਰੋਨ। ਸੋ ਕਾਪਰ ਵਿਲ ਗੇਨ ਇਲੈਕਟ੍ਰੋਨ ਐਂਡ ਫਾਰਮ ਕਾਪਰ। ਸੋ ਇਹ ਕਾਪਰ ਇਲੈਕਟ੍ਰੋਨ ਲੈ ਕੇ ਰਿਡਿਊਸ ਹੋ ਰਿਹਾ, ਰਿਡਕਸ਼ਨ ਹੋ ਰਹੀ ਹੈ। ਠੀਕ ਹੈ। ਨਾਓ ਦੋ ਹੋਰ ਅਸੀਂ ਡੈਫੀਨੇਸ਼ਨ ਸਟੱਡੀ ਕੀਤੀਆਂ ਨੇ ਇਹਦੇ ਵਿੱਚ। ਇੱਕ ਆਕਸੀਡਾਈਜ਼ਿੰਗ ਏਜੰਟ ਆਕਸੀਡੈਂਟ, ਦੂਸਰੀ ਰਿਡਿਊਸਿੰਗ ਏਜੰਟ ਰਿਡਕਟੈਂਟ। ਨਾਓ ਹੁਣ ਜ਼ਿੰਕ ਦੀ ਕੀ ਹੋਈ ਹੈ? ਆਕਸੀਡੇਸ਼ਨ ਹੋਈ ਹੈ। ਆਕਸੀਡੇਸ਼ਨ ਕਿਹਨੇ ਕੀਤੀ ਹੈ? ਜ਼ਿੰਕ ਦੀ ਆਕਸੀਡੇਸ਼ਨ ਕਿਹਨੇ ਕਰੀ ਹੈ? ਕਾਪਰ ਨੇ। ਹੁਣ ਜ਼ਿੰਕ ਤਾਂ ਹੀ ਇਲੈਕਟ੍ਰੋਨ ਲੂਜ਼ ਕਰ ਸਕਿਆ ਜੇ ਉੱਥੇ ਕੋਈ ਇਲੈਕਟ੍ਰੋਨ ਲੈਣ ਵਾਲਾ ਹੈਗਾ ਸੀ। ਤਾਂ ਇਲੈਕਟ੍ਰੋਨ ਲੈਣ ਵਾਲਾ ਕਿਹੜਾ ਹੈਗਾ? ਕਾਪਰ। ਸੋ ਇਟ ਇਜ਼ ਏ ਆਕਸੀਡਾਈਜ਼ਿੰਗ ਏਜੰਟ। ਸੋ ਆਕਸੀਡਾਈਜ਼ਿੰਗ ਏਜੰਟ ਕੀ ਹੋ ਗਿਆ? ਕਾਪਰ ਵਿਚ ਗੇਨ ਇਲੈਕਟ੍ਰੋਨ। ਠੀਕ ਹੈ। ਨਾਓ ਹੁਣ ਕਾਪਰ ਦੀ ਰਿਡਕਸ਼ਨ ਹੋਈ ਹੈ। ਕਾਪਰ ਨੂੰ ਕੀ ਚਾਹੀਦੀ ਸੀ? ਇਲੈਕਟ੍ਰੋਨ ਚਾਹੀਦੀ ਸੀ। ਉਹਨਾਂ ਨੇ ਰਿਡਕਸ਼ਨ ਕਰ ਲਈ ਆਪਦੀ। ਪਰ ਰਿਡਕਸ਼ਨ ਕਿਵੇਂ ਕਰ ਪਾਇਆ ਇਹ? ਕਿਉਂਕਿ ਜ਼ਿੰਕ ਮੌਜੂਦ ਸੀਗਾ ਜਿਹੜਾ ਕੀ ਹੈ ਰਿਡਿਊਸਿੰਗ ਏਜੰਟ ਹੈ। ਕਿਉਂਕਿ ਉਹਨੇ ਇਲੈਕਟ੍ਰੋਨ ਲੂਜ਼ ਕੀਤੇ ਤਾਂ ਹੀ ਇਹਨੇ ਇਲੈਕਟ੍ਰੋਨ ਲਏ। ਸੋ ਜਿਹੜਾ ਜ਼ਿੰਕ ਹੈ ਇਟ ਇਜ਼ ਏ ਰਿਡਿਊਸਿੰਗ ਏਜੰਟ ਔਰ ਰਿਡਕਟੈਂਟ ਵਿਚ ਲੂਜ਼ ਇਲੈਕਟ੍ਰੋਨ। ਠੀਕ ਹੈ। ਸੋ ਦਿਸ ਵਾਜ਼ ਦ ਬੇਸਿਸ ਆਫ ਇਲੈਕਟ੍ਰੋਕੈਮਿਸਟਰੀ। ਸੋ ਰਿਡੌਕਸ ਰਿਐਕਸ਼ਨਸ ਹੁੰਦੀਆਂ ਨੇ ਜਿਹਦੇ ਕਰਕੇ ਜਿਹੜਾ ਹੈਗਾ ਇਲੈਕਟ੍ਰਿਸਿਟੀ ਜਨਰੇਟ ਹੁੰਦੀ ਹੈ। ਹੁਣ ਆਪਾਂ ਇਹਦੇ ਕੁਝ ਬੇਸਿਕਸ ਸਟੱਡੀ ਕਰਾਂਗੇ। ਦੋ ਤਰ੍ਹਾਂ ਦੀ ਬੇਟਾ ਕੰਡਕਟੈਂਸ ਤੁਸੀਂ ਸਟੱਡੀ ਕਰੋਗੇ। ਠੀਕ ਹੈ। ਫਿਜ਼ਿਕਸ 'ਚ ਤੁਸੀਂ ਜ਼ਿਆਦਾਤਰ ਮੈਟੈਲਿਕ ਕੰਡਕਟੈਂਸ ਦੀ ਗੱਲ ਕਰ ਦਿਆਂਗੇ। ਕੈਮਿਸਟਰੀ ਦੇ ਵਿੱਚ ਆਪਾਂ ਪੜ੍ਹਾਂਗੇ ਇਲੈਕਟ੍ਰੋਲਿਟਿਕ ਕੰਡਕਟੈਂਸ। ਸੋ ਪਹਿਲਾਂ ਤਾਂ ਆਪਾਂ ਦੇਖ ਲਈਏ ਵੀ ਜਿਹੜੇ ਸਬਸਟੈਂਸਿਸ ਹੁੰਦੇ ਨੇ ਠੀਕ ਹੈ ਉਹ ਤਿੰਨ ਤਰ੍ਹਾਂ ਦੇ ਹੁੰਦੇ ਨੇ। ਕਿਹੜੇ ਕਿਹੜੇ? ਕੰਡਕਟਰਸ, ਸੈਮੀ ਕੰਡਕਟਰਸ, ਇੰਸੂਲੇਟਰ। ਡਿਪੈਂਡਿੰਗ ਅਪੋਨ ਵੀ ਉਹ ਕਿੰਨੀ ਇਲੈਕਟ੍ਰਿਸਿਟੀ ਆਪਣੇ ਦੇ ਥਰੂ ਜਾਣ ਦਿੰਦੇ ਨੇ। ਉਹ ਤਿੰਨ ਤਰ੍ਹਾਂ ਦੇ ਪਦਾਰਥ ਹੁੰਦੇ ਨੇ। ਠੀਕ ਹੈ। ਪਹਿਲਾਂ ਹੈਗੇ ਨੇ ਕੰਡਕਟਰਸ। ਕੰਡਕਟਰਸ ਕੀ ਨੇ? ਜਿਹੜੇ ਕਿ ਆਪਣੇ ਵਿੱਚ ਦੀ ਇਲੈਕਟ੍ਰਿਸਿਟੀ ਠੀਕ ਹੈ ਈਜ਼ੀਲੀ ਪਾਸ ਹੋਣ ਦਿੰਦੇ ਨੇ। ਠੀਕ ਹੈ। ਘੱਟ ਤੋਂ ਘੱਟ ਰੈਜ਼ਿਸਟੈਂਸ ਪੈਦਾ ਕਰਦੇ ਨੇ ਟੂ ਦੀ ਫਲੋ ਆਫ ਕਰੰਟ। ਦੇ ਆਰ ਨੋਨ ਐਜ਼ ਕੰਡਕਟਰਸ। ਇਹਦੇ 'ਚ ਐਗਜ਼ਾਮਪਲਸ ਆ ਗਈਆਂ ਮੋਸਟ ਆਫ ਦੀ ਮੈਟਲਸ।
ਇਸ ਤੋਂ ਬਿਲਕੁਲ ਆਪੋਜ਼ਿਟ ਹੁੰਦੇ ਨੇ ਇਨਸੂਲੇਟਰਸ, ਜਿਵੇਂ ਪਲਾਸਟਿਕ ਹੈ, ਵੁੱਡ ਹੈ, ਠੀਕ ਹੈ, ਜਿਹੜੇ ਕਿ ਆਪਣੇ ਵਿੱਚ ਦੀ ਕਰੰਟ ਬਿਲਕੁਲ ਪਾਸ ਨਹੀਂ ਹੋਣ ਦੇਣਗੇ, ਉਹਨਾਂ ਨੂੰ ਕੀ ਬੋਲਦੇ ਆਪਾਂ, ਇਨਸੂਲੇਟਰਸ, ਠੀਕ ਹੈ। ਸੋ ਤੇ ਇਹਨਾਂ ਦੇ ਵਿਚਕਾਰ ਹੁੰਦੇ ਨੇ ਸੈਮੀ ਕੰਡਕਟਰਸ, ਜਿਨ੍ਹਾਂ ਦੀ ਜਿਹੜੀ ਹੈ ਰੈਜ਼ਿਸਟੈਂਸ ਹੈ ਉਹ ਇਹਨਾਂ ਦੇ ਵਿਚਕਾਰ ਹੁੰਦਾ ਕੰਡਕਟਰ ਤੇ ਇਨਸੂਲੇਟਰ ਦੇ ਵਿੱਚ, ਠੀਕ ਹੈ। ਸੋ ਇਹ ਕੰਡਕਟਰਸ ਤੋਂ ਜ਼ਿਆਦਾ ਰੈਜ਼ਿਸਟੈਂਸ ਪੈਦਾ ਕਰਦੇ ਨੇ, ਠੀਕ ਹੈ, ਪਰ ਇਹਨਾਂ ਦਾ ਜਿਹੜਾ ਰੈਜ਼ਿਸਟੈਂਸ ਹੁੰਦਾ ਫਲੋ ਆਫ ਕਰੰਟ ਨੂੰ ਉਹ ਇਨਸੂਲੇਟਰਸ ਨਾਲੋਂ ਕੀ ਹੋਏਗਾ, ਘੱਟ ਹੋਏਗਾ। ਸੋ ਜਿਵੇਂ ਜਰਮੇਨੀਅਮ ਹੈ, ਸਿਲੀਕॉन ਹੈ, ਦੇ ਆਰ ਸੈਮੀ ਕੰਡਕਟਰ ਡਿਵਾਈਸਿਸ। ਕੁਝ ਸਾਡੇ ਕੋਲੇ ਸੁਪਰ ਕੰਡਕਟਰਸ ਵੀ ਹੁੰਦੇ ਨੇ। ਸੁਪਰ ਕੰਡਕਟਰ ਕੀ ਹੁੰਦੇ ਨੇ, ਜਿਹੜੇ ਜਿਨ੍ਹਾਂ ਦੇ ਵਿੱਚ ਦੀ ਇਲੈਕਟ੍ਰਿਸਿਟੀ ਬਹੁਤ ਈਜ਼ੀਲੀ ਪਾਸ ਕਰ ਸਕਦੀ ਹੈ। ਕਈ ਮੈਟਲਸ ਨੇ, ਜਦੋਂ ਆਪਾਂ ਮੈਟਲਸ ਦਾ ਟੈਂਪਰੇਚਰ ਲੋ ਕਰ ਦਈਏ, ਠੀਕ ਹੈ, 0 to 15 ਕੈਲਵਿਨ ਕਰ ਦਈਏ, ਤਾਂ ਉਹ ਸੁਪਰ ਕੰਡਕਟਰਸ ਬਣ ਜਾਂਦੇ ਨੇ। ਇਹ ਬਟਾ ਤੇ ਆ ਰਹੇ ਹਾਂ ਆਪਾਂ, ਠੀਕ ਹੈ। ਸੋ ਸੁਪਰ ਕੰਡਕਟਰ ਡਿਵਾਈਸਿਸ, ਸੁਪਰ ਕੰਡਕਟਰਸ ਕੀ ਹੁੰਦੇ ਨੇ, ਅਜਿਹੇ ਮੈਟਲਸ ਜਿਹੜੇ ਕਿ ਲੋ ਟੈਂਪਰੇਚਰ ਤੇ ਉਹਨਾਂ ਦੀ ਰੈਜ਼ਿਸਟੈਂਸ ਹੋਰ ਵੀ ਘਟ ਜਾਂਦੀ ਹੈ, ਠੀਕ ਹੈ, ਐਂਡ ਦੇ ਆਰ ਕਾਲਡ ਸੁਪਰ ਕੰਡਕਟਰਸ। ਤਾਂ ਇਹਦੇ ਵਿੱਚ ਸਾਡੇ ਕੋਲੇ ਮੈਟਲਸ ਆ ਜਾਂਦੀਆਂ ਨੇ, ਠੀਕ ਹੈ, ਕਈ ਸਾਡੇ ਕੋਲੇ ਪੋਲੀਮਰਸ ਵੀ ਨੇ, ਠੀਕ ਹੈ, ਕੁਝ ਪੋਲੀਮਰਸ ਵੀ ਡਿਸਕਵਰ ਹੋ ਚੁੱਕੇ ਨੇ ਜਿਹੜੇ ਕਿ ਸੁਪਰ ਕੰਡਕਟਰਸ ਹੁੰਦੇ ਨੇ। ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੀ ਯੂਜ਼ੇਜ ਹੋਰ ਵੱਧ ਜਾਣੀ ਹੈ, ਕਿਉਂਕਿ ਇਹਦੇ ਨਾਲ ਜਿਹੜੀ ਲਾਸ ਆਫ ਇਲੈਕਟ੍ਰਿਸਿਟੀ ਆ ਉਹ ਘਟ ਜੂਗੀ ਸੁਪਰ ਕੰਡਕਟਰ ਜੇ ਆਪਾਂ ਯੂਜ਼ ਕਰਨ ਲੱਗੇ, ਠੀਕ ਹੈ। ਉਸ ਤੋਂ ਬਾਅਦ ਆਉਂਦੇ ਨੇ ਇਲੈਕਟ੍ਰੋਲਿਟਿਕ ਕੰਡਕਟਰਸ। ਜਿਹੜੀ ਇਲੈਕਟ੍ਰੋਲਿਟਿਕ ਕੰਡਕਟੈਂਸ ਹੈ ਔਰ ਉਹ ਕਾਹਦੇ ਕਰਕੇ ਹੁੰਦੀ ਹੈ, ਸਬਸਟੈਂਸਿਸ ਹੁੰਦੇ ਨੇ ਜਿਹਨੂੰ ਆਪਾਂ ਬੋਲਦੇ ਹਾਂ ਇਲੈਕਟ੍ਰੋਲਾਈਟਸ। ਇਲੈਕਟ੍ਰੋਲਾਈਟਸ ਕੀ ਨੇ, ਅਜਿਹੇ ਸਬਸਟੈਂਸਿਸ ਨੇ ਜਿਹੜੇ ਕਿ ਮੋਲਟਨ ਅਵਸਥਾ ਦੇ ਵਿੱਚ ਜਾਂ ਸੋਲਿਊਸ਼ਨ ਫਾਰਮ ਦੇ ਵਿੱਚ ਇਲੈਕਟ੍ਰਿਸਿਟੀ ਕੰਡਕਟ ਕਰਦੇ ਨੇ, ਪਰ ਜੇ ਇਹ ਸੋਲਿਡ, ਜਦੋਂ ਇਹ ਸੋਲਿਡ ਰੂਪ ਦੇ ਵਿੱਚ ਹੁੰਦੇ ਨੇ ਉਦੋਂ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰਦੇ, ਉਹਨਾਂ ਨੂੰ ਬੋਲਦੇ ਨੇ ਇਲੈਕਟ੍ਰੋਲਾਈਟ। ਇਲੈਕਟ੍ਰੋਲਾਈਟ ਦਾ ਆਪੋਜ਼ਿਟ ਹੁੰਦਾ ਨਾਨ ਇਲੈਕਟ੍ਰੋਲਾਈਟ, ਠੀਕ ਹੈ। ਅਜਿਹੇ ਸਬਸਟੈਂਸਿਸ ਜਿਹੜੇ ਕਿ ਨਾ ਤਾਂ ਸੋਲਿਡ ਫਾਰਮ ਦੇ ਵਿੱਚ, ਨਾ ਹੀ ਮੋਲਟਨ ਫਾਰਮ ਦੇ ਵਿੱਚ, ਨਾ ਹੀ ਉਹਨਾਂ ਦੇ ਸੋਲਿਊਸ਼ਨ ਫਾਰਮ ਦੇ ਵਿੱਚ ਇਲੈਕਟ੍ਰਿਸਿਟੀ ਕੰਡਕਟ ਕਰਦੇ ਨੇ, ਉਹਨਾਂ ਨੂੰ ਕੀ ਬੋਲਦੇ ਨੇ, ਨਾਨ ਇਲੈਕਟ੍ਰੋਲਾਈਟ। ਜਿਵੇਂ ਸ਼ੂਗਰ ਹੋ ਗਈ, ਠੀਕ ਹੈ, ਸ਼ੂਗਰ ਨੂੰ ਆਪਾਂ ਨਾ ਸੋਲਿਡ ਸਟੇਟ 'ਚ, ਨਾ ਮੋਲਟਨ ਸ਼ੂਗਰ, ਨਾ ਹੀ ਸ਼ੂਗਰ ਡਿਜ਼ੋਲਵਡ ਇਨ ਵਾਟਰ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰਦੀ, ਉਹ ਨਾਨ ਇਲੈਕਟ੍ਰੋਲਾਈਟ ਹੈ। ਜਦ ਕਿ NaCl, ਜਿੰਨੇ ਵੀ ਐਸਿਡ ਨੇ, ਜਿੰਨੇ ਵੀ ਬੇਸਿਸ ਨੇ, ਜਿੰਨੇ ਵੀ ਸਾਲਟਸ ਨੇ, ਜਦੋਂ ਆਪਾਂ ਉਹਨਾਂ ਨੂੰ ਸੋਲਿਡ ਲਵਾਂਗੇ ਤਾਂ ਉਹ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰਨਗੇ, ਠੀਕ ਹੈ, ਕਿਉਂਕਿ ਆਇਨਸ, ਉਹਨਾਂ ਦੇ ਕਟਾਇਨ ਐਂਡ ਆਇਨ ਆਪਸ 'ਚ ਇੰਨੀ ਸਟਰੋਂਗਲੀ ਹੈਲਡ ਹੁੰਦੇ ਨੇ ਕਿ ਉਹ ਮੂਵ ਨਹੀਂ ਕਰ ਸਕਦੇ ਜਦੋਂ ਆਪਾਂ ਇਲੈਕਟ੍ਰਿਕ ਫੀਲਡ ਲਗਾਵਾਂਗੇ, ਠੀਕ ਹੈ। ਜਿਵੇਂ ਆਪਾਂ ਇਹਦੇ 'ਚ ਮੂਵਮੈਂਟ ਸ਼ੋ ਕੀਤੀ ਹੈ, ਪਰ ਮੂਵਮੈਂਟ ਕਦੋਂ ਹੋਏਗੀ, ਜਦੋਂ ਆਪਾਂ ਉਹਨਾਂ ਨੂੰ ਮੈਲਟ ਕਰਾਂਗੇ। ਤੁਹਾਨੂੰ ਪਤਾ ਲਿਕੁਇਡ ਦੇ ਵਿੱਚ ਪਾਰਟੀਕਲਸ ਦੂਰ ਦੂਰ ਚਲੇ ਜਾਂਦੇ ਨੇ, ਜਾਂ ਸੋਲਿਊਸ਼ਨ ਫਾਰਮ ਦੇ ਵਿੱਚ, ਠੀਕ ਹੈ, ਤਾਂ ਉਹ ਇਲੈਕਟ੍ਰਿਸਿਟੀ ਕੰਡਕਟ ਕਰਨਗੇ। ਸੋ ਉਹਨਾਂ ਨੂੰ ਬੋਲਾਂਗੇ ਇਲੈਕਟ੍ਰੋਲਾਈਟਸ। ਫਿਰ ਆਪਾਂ ਨੇ ਬੇਟਾ ਡਿਫਰੈਂਸ ਕਰਿਆ ਸੀਗਾ ਮੈਟੈਲਿਕ ਕੰਡਕਟੈਂਸ ਤੇ ਇਲੈਕਟ੍ਰੋਲਾਈਟਿਕ ਕੰਡਕਟੈਂਸ ਦਾ ਕੀ ਡਿਫਰੈਂਸ ਹੁੰਦਾ। ਤਾਂ ਮੈਟੈਲਿਕ ਕੰਡਕਟਰਸ ਤੁਹਾਨੂੰ ਪਤਾ ਮੈਟਲਸ ਹੁੰਦੀਆਂ ਨੇ, ਮੈਟਲਸ ਦੇ ਵਿੱਚ ਇਲੈਕਟ੍ਰਿਸਿਟੀ ਕਿਵੇਂ ਕੰਡਕਟ ਕਰਦੀਆਂ ਨੇ। ਮੈਟਲ ਦੀ ਜਿਹੜੀ ਸਟਰਕਚਰ ਹੁੰਦੀ ਹੈ ਉਹ ਹੁੰਦੀ ਹੈ, ਇਟ ਇਜ਼ ਮੇਡ ਅਪ ਆਫ ਕਰਨਲਸ ਐਂਡ ਇਲੈਕਟ੍ਰੋਨਸ। ਹੁਣ ਮੈਟਲਸ ਤੁਹਾਨੂੰ ਪਤਾ ਉਹਨਾਂ ਦੀ ਆਇਓਨਾਈਜੇਸ਼ਨ ਐਨਰਜੀ ਹੁੰਦੀ ਹੈ ਲੋ, ਸੋ ਦੇ ਕੈਨ ਈਜ਼ੀਲੀ ਲੂਜ਼ ਇਲੈਕਟ੍ਰੋਨ। ਤਾਂ ਮੈਟਲਸ ਕਰਨਲ ਤੇ ਇਲੈਕਟ੍ਰੋਨ ਦੀ ਸਟਰਕਚਰ ਹੁੰਦੀ ਹੈ, ਠੀਕ ਹੈ। ਸੋ ਜਿਹੜਾ ਹੈਗਾ ਕਰਨਲ ਆ ਗਿਆ ਇਲੈਕਟ੍ਰੋਨ, ਕਰਨਲ ਇਲੈਕਟ੍ਰੋਨ, ਕਰਨਲ ਇਲੈਕਟ੍ਰੋਨ। ਜਦੋਂ ਆਪਾਂ ਇਲੈਕਟ੍ਰਿਕ ਫੀਲਡ ਲਗਾਉਂਦੇ ਆ ਤਾਂ ਕੀ ਹੁੰਦਾ, ਕਰਨਲਸ ਕਿਉਂਕਿ ਹੈਵੀ ਨੇ ਆਪਣੀ ਪੋਜੀਸ਼ਨ ਤੇ ਹੀ ਰੁਕੇ ਰਹਿਣਗੇ, ਬਟ ਇਲੈਕਟ੍ਰੋਨਸ ਫਲੋ ਕਰ ਜਾਂਦੇ ਨੇ, ਬਿਕੋਜ਼ ਇਲੈਕਟ੍ਰੋਨਸ ਆਰ ਲਾਈਟ ਇਨ ਵੇਟ। ਸੋ ਇਹ ਹੌਲੇ ਹੁੰਦੇ ਨੇ, ਇਹ ਕਿੱਧਰ ਨੂੰ ਮੂਵ ਕਰ ਜਾਣਗੇ, ਪੋਜ਼ਿਟਿਵ ਟਰਮੀਨਲ ਵੱਲ। ਤਾਂ ਜਦੋਂ ਫਲੋ ਆਫ ਇਲੈਕਟ੍ਰੋਨਸ ਇਜ਼ ਕਾਲਡ ਕਰੰਟ। ਤਾਂ ਇਸ ਤਰ੍ਹਾਂ ਮੈਟਰਸ ਦੇ ਵਿੱਚ ਕਰੰਟ ਫਲੋ ਕਰਦਾ, ਠੀਕ ਹੈ। ਸੋ ਮੈਟੈਲਿਕ ਕੰਡਕਟਰ ਜਿਹੜੇ ਹੁੰਦੇ ਨੇ, ਇਹਨਾਂ ਦਾ ਜਿਹੜਾ ਕਰੰਟ ਹੁੰਦਾ ਇਲੈਕਟ੍ਰੋਨਸ ਕਰਕੇ ਹੁੰਦਾ, ਠੀਕ ਹੈ। ਤੇ ਮੈਟੈਲਿਕ ਕੰਡਕਟੈਂਸ ਕੀ ਤੇ ਡਿਪੈਂਡ ਕਰਦੀ ਹੈ, ਨੇਚਰ ਐਂਡ ਸਟਰਕਚਰ। ਮੈਟਲ ਕਿਹੜੀ ਹੈ, ਠੀਕ ਹੈ, ਅਲੱਗ ਅਲੱਗ ਮੈਟਲਸ ਦੀ ਤੁਹਾਨੂੰ ਪਤਾ ਹੈ ਕੰਡਕਟਿਵਿਟੀ ਡਿਫਰੈਂਸ ਹੁੰਦਾ। ਸਿਲਵਰ ਜਿਹੜੀ ਹੈ ਇਟ ਇਜ਼ ਅ ਗੁੱਡ ਕੰਡਕਟਰ, ਠੀਕ ਹੈ, ਐਲੂਮੀਨੀਅਮ ਉਸ ਤੋਂ ਘੱਟ ਹੈ, ਆਇਰਨ ਉਸ ਤੋਂ ਘੱਟ ਹੈ। ਸੋ ਨੇਚਰ ਤੇ ਡਿਪੈਂਡ ਕਰੂਗਾ ਕਿਉਂਕਿ ਮੈਟਲ ਦੀ ਸਟਰਕਚਰ ਇਹਨਾਂ ਦੀ ਵੱਖਰੀ ਵੱਖਰੀ ਹੋਏਗੀ, ਠੀਕ ਹੈ। ਨੰਬਰ ਆਫ ਵੇਲੈਂਸ ਇਲੈਕਟ੍ਰੋਨ, ਜਿੰਨੇ ਵੈਲੈਂਸੀ ਸ਼ੈਲ 'ਚ ਜਿੰਨੇ ਇਲੈਕਟ੍ਰੋਨਸ ਹੋਣਗੇ ਉਹ ਕੰਡਕਟੈਂਸ ਉਨੀ ਜ਼ਿਆਦਾ ਹੋਏਗੀ, ਠੀਕ ਹੈ। ਕਿਉਂਕਿ ਕੰਡਕਟੈਂਸ ਲਈ ਸਾਨੂੰ ਕੀ ਜ਼ਰੂਰਤ ਹੈ, ਇਲੈਕਟ੍ਰੋਨਸ ਦੀ। ਤਾਂ ਜਿੰਨੇ ਕਿਸੇ ਐਟਮ ਦੇ ਵਿੱਚ ਇਲੈਕਟ੍ਰੋਨਸ ਜ਼ਿਆਦਾ ਹੋਣਗੇ ਉਨੀ ਹੀ ਉਹ ਕੰਡਕਟੈਂਸ ਜ਼ਿਆਦਾ ਕਰਨਗੇ, ਠੀਕ ਹੈ। ਸੋ ਵੈਲੈਂਸੀ ਇਲੈਕਟ੍ਰੋਨਸ ਜ਼ਿਆਦਾ ਹੋਣੇ ਚਾਹੀਦੇ ਨੇ। ਫਿਰ ਡੈਂਸਿਟੀ ਆਫ ਮੈਟਲ ਤੇ ਵੀ ਇਫੈਕਟ ਕਰਦੀ ਹੈ ਕੰਡਕਟੈਂਸ,
ठीक है। सो डेंसिटी ज़्यादा होएगी तो इलैक्ट्रॉन्स ਨੂੰ मूव करना डिफिकल्ट होएगा, ठीक है। ज़्यादा भीड़ चों लंघना मुश्किल होंदा ते टैंपरेचर ते डिपेंड करदा। टैंपरेचर ਵਧਾਉਣ ਨਾਲ ਕੀ ਹੋ ਗਿਆ, ਟੈਂਪਰੇਚਰ ਵਧਾਉਣ ਨਾਲ ਕੀ ਹੋ ਗਿਆ, ਜਿਹੜੇ ਕਰਨਲਸ ਨੇ ਉਹ ਆਪਣੀ ਪੋਜੀਸ਼ਨਸ ਤੇ ਜ਼ਿਆਦਾ ਵਾਈਬ੍ਰੇਟ ਕਰਨਗੇ ਤਾਂ ਇਲੈਕਟ੍ਰੋਨਸ ਨੂੰ ਫਲੋ ਹੋਣਾ ਹੋਰ ਮੁਸ਼ਕਿਲ ਹੋ ਜਾਊਗਾ। ਸੋ ਵਿਦ ਇੰਕਰੀਜ਼ ਇਨ ਟੈਂਪਰੇਚਰ ਦੀ ਮੈਟੈਲਿਕ ਕੰਡਕਟੈਂਸ ਡਿਕਰੀਜ਼ਸ, ਇਹ ਯਾਦ ਰੱਖਣਾ ਹੈ ਤੁਸੀਂ। ਡੈਂਸਿਟੀ ਵੀ ਘੱਟ ਹੋਣੀ ਚਾਹੀਦੀ ਆ, ਠੀਕ ਹੈ ਨਾ। ਉਸ ਤੋਂ ਬਾਅਦ ਆ ਗਿਆ ਜਦੋਂ ਮੈਟੈਲਿਕ ਕੰਡਕਟੈਂਸ ਹੁੰਦੀ ਹੈ ਦੇਰ ਇਜ਼ ਨੋ ਟਰਾਂਸਫਰ ਆਫ ਮੈਟਰ, ਮੈਟਰ ਦਾ ਟਰਾਂਸਫਰ ਨਹੀਂ ਹੋ ਰਿਹਾ ਕਿਉਂਕਿ ਇਲੈਕਟ੍ਰੋਨਸ ਨੂੰ ਆਪਾਂ, ਠੀਕ ਹੈ, ਉਹਨਾਂ ਦਾ ਭਾਰ ਨਾ ਮਾਤਰ ਮੰਨ ਦਿਆਂਗੇ। ਸੋ ਓਨਲੀ ਇਲੈਕਟ੍ਰੋਨਸ ਮੂਵ ਕਰਦੇ ਨੇ, ਸੋ ਦੇਰ ਇਜ਼ ਨੋ ਟਰਾਂਸਫਰ ਆਫ ਮੈਟਰ। ਕਰਨਲਸ ਤਾਂ ਆਪਣੀ ਜਗ੍ਹਾ ਤੇ ਹੀ ਰਹਿ ਗਏ, ਜਿਨ੍ਹਾਂ 'ਚ ਜ਼ਿਆਦਾ ਮਾਸ ਤਾਂ ਕਰਨਲਸ ਤੇ ਹੀ ਹੈ। ਪਰ ਇਲੈਕਟ੍ਰੋਲਾਈਟਿਕ ਕੰਡਕਟੈਂਸ ਦੇ ਜਿਹੜੇ ਪੁਆਇੰਟਸ ਨੇ ਉਹ ਵੱਖਰੇ ਨੇ, ਮੈਟੈਲਿਕ ਕੰਡਕਟੈਂਸ ਨਾਲੋਂ ਵੱਖਰੀ ਤਰ੍ਹਾਂ ਦੀ ਕੰਡਕਟੈਂਸ ਸ਼ੋਅ ਕਰਦੇ ਨੇ ਇਲੈਕਟ੍ਰੋਲਾਈਟਸ। ਤਾਂ ਸਭ ਤੋਂ ਪਹਿਲਾਂ ਤਾਂ ਵੀ ਕੰਡਕਟੈਂਸ ਕੌਣ ਕਰਦੇ ਨੇ ਇਲੈਕਟ੍ਰੋਲਾਈਟਿਕ ਸੋਲੂਸ਼ਨ ਦੇ ਵਿੱਚ, ਆਇਨਸ ਹੁੰਦੇ ਨੇ ਉਹ, ਠੀਕ ਹੈ, ਕੈਟਾਇਨ ਔਰ एनाइंस। सो इलेक्ट्रोलाइटिक कंडक्टेंस इज ड्यू टू फ्लो ऑफ आयंस, पॉजिटिव आयन एंड नैगेटिव आयन। जिमें मैटैलिक कंडक्टेंस दे विच फैक्टर्स सीगे कंडक्टेंस नूं प्रभावित करने वाले, इस तरह ही इलैक्ट्रोलाइटिक जिहड़ा इलैक्ट्रोलाइट है जिहड़े सोल्यूशन च घोलिया है, ठीक है, वो भी फैक्टर हैगा टू डिसाइड द इलैक्ट्रोलाइटिक कंडक्टेंस। सो इहदे च किहड़े-किहड़े इंटरैक्शन आउंदे ने, सोल्यूट सोल्यूट इंटरैक्शन, ठीक है। जिवें अपने सोडियम क्लोराइड घोलिया है पानी दे विच तो हुण Na पॉजिटिव Cl नैगेटिव का आपसी अट्रैक्शन होगा, ठीक है, जिहदे करके वो रजिस्टेंस पैदा होगा टू द फ्लो ऑफ आयंस, ठीक है, एंड टू द फ्लो ऑफ करंट। दूसरा है सोल्यूट सॉल्वेंट, हुणे पानी च घुले हुए ने तो वाटर भी इन्हां नूं अट्रैक्ट करेगा, ठीक है। सो क्लोराइड आयंस भी सॉल्वेटेड होणगे, सोडियम आयंस भी सॉल्वेटेड होणगे, दे विल बी सराउंडेड बाय वाटर। सो सॉल्यूट सॉल्वेंट इंटरैक्शनस भी होंदियां ने जिहड़े कि इलैक्ट्रोलाइटिक कंडक्टेंस नूं अफैक्ट करनगियां। एंड दैन वी हैव सॉल्वेंट सॉल्वेंट इंटरैक्शनस। सॉल्वेंट सॉल्वेंट मीनस हुण पानी च घोलिया होया सी आपां ने सोडियम क्लोराइड, तो सॉल्वेंट सॉल्वेंट वाटर भी पोलर नेचर च हुंदा है, सो ਉਹਦੀ भी वाटर मॉलिक्यूल्स भी आपस च एक दूसरे ਨੂੰ अट्रैक्ट करनगे, ठीक है, ते रजिस्ट करनगे टू दी फ्लो ऑफ आयंस। सो ये सीगे फैक्टर्स जिहड़े कि अफैक्ट करनगे इलैक्ट्रोलाइटिक कंडक्टेंस नूं। दैन टैंपरेचर का इफैक्ट देखो, हुण जिहड़ी मैटैलिक कंडक्टेंस सीगी उहदे च की सीगा, टैंपरेचर वधन दे नाल जिहड़ी कंडक्टेंस सीगी वो की करदी सी, डिक्रीज करदी सी। क्यों? क्योंकि कर्नल्स वाइब्रेट करन लगे। पर उरे की होएगा, टैंपरेचर वधन दे नाल जिहड़ी इलैक्ट्रोलाइटिक कंडक्टेंस है वो इंक्रीज हो जाती है। क्यों? क्योंकि आयंस दूर दूर चले जाते हैं। जो आयंस दूर दूर चले गए उन्होंने मूवमेंट फ्री होगी, ठीक है, तो ईजिली मूव कर जाएंगे टूवर्ड्स द ऑपोजिट पोल्स, ठीक है। तो इस करके टैंपरेचर वधन दे नाल इलैक्ट्रोलाइटिक कंडक्टेंस वधदी है। हाँ, जो जो टैंपरेचर बढ़ेगा पार्टिकल्स दूर जाएंगे, ठीक है। दैन ਇਹਦੇ 'ਚ कोई ट्रांसफर ऑफ मैटर नहीं हुंदा, पर इलैक्ट्रोलाइटिक कंडक्टेंस दे विच देयर इज ट्रांसफर ऑफ मैटर। हुण जिवें सोडियम क्लोराइड पानी च घोल लिया आपां ने तो सोडियम आयंस जिहड़े ने दे विल मूव टूवर्ड्स द नैगेटिव टर्मिनल, क्लोराइड आयंस विल मूव टूवर्ड्स द पॉजिटिव टर्मिनल। हाँ, मतलब कि जिहड़ा आपां ने इलैक्ट्रोलाइट उहदे च घोलिया, अद्धे पार्टिकल एक पासे मूव कर रहे हैं, अद्धे पार्टिकल एक पासे मूव कर रहे हैं, देयर इज फ्लो ऑफ मैटर, ठीक है। सो ये सीगा डिफरेंस बिटवीन इलैक्ट्रोलाइटिक एंड मैटैलिक कंडक्टेंस। इलैक्ट्रिसिटी का फ्लो है, मूवमेंट ऑफ चार्ज है, ठीक है। उस तो बाद आना सी फैक्टर्स अफैक्टिंग इलैक्ट्रिकल कंडक्टिविटी ऑफ इलैक्ट्रोलाइटिक सॉल्यूशंस, ठीक है। सो किहड़े-किहड़े फैक्टर्स ने जिहड़े कि इलैक्ट्रोलाइटिक कंडक्टिविटी नूं अफैक्ट करनगे। सब तो पहला तो आ गया नेचर ऑफ इलैक्ट्रोलाइट। नेचर ऑफ इलैक्ट्रोलाइट। तो पहला आप फैक्टर्स के नाम लिख लेने, किहड़े-किहड़े फैक्टर्स ने जिहड़े कि प्रभावित करनगे। दूसरा है नेचर ऑफ द सॉल्वेंट एंड इट्स विस्कोसिटी। नेचर ऑफ सॉल्वेंट एंड इट्स
viscosity, then size of the ions produced by and the solution discuss कर लेना भी बेटा size of the ions produced and their solution. ठीक है. Then concentration of the electrolytic solution. उस तो नेक्स्ट आ जाएगा कंसंट्रेशन. एक मिनट बेटा आ जाने उस ते कंसंट्रेशन ऑफ सॉल्यूशन एंड टेंपरेचर. ਆਪਾਂ ਨੇ ਵੈਸੇ ਮੇਨ ਫੈਕਟਰ ਡਿਸਕਸ ਕਰ ਲਏ ਸੀਗੇ. ਠੀਕ ਹੈ, ਇੱਕ ਵਾਰੀ ਆਪਾਂ डिटेल ਦੇ ਵਿੱਚ ਸਟੱਡੀ ਕਰ ਲਈਏ. ਹਾਂਜੀ ਬੇਟਾ ਇਹ ਤਾਂ ਮੈਂ ਨੋਟ ਕਰਨਾ ਸੀਗਾ. ਸੋ ਇਹ ਫੈਕਟਰਸ ਨੇ ਜਿਹੜੇ ਕਿ ਇਲੈਕਟ੍ਰੋਲਾਈਟਿਕ ਕੰਡਕਟੈਂਸ ਨੂੰ ਇਫੈਕਟ ਕਰਨਗੇ. ਸਭ ਤੋਂ ਪਹਿਲਾਂ ਤਾਂ ਹੈਗਾ ਨੇਚਰ ਆਫ ਇਲੈਕਟ੍ਰੋਲਾਈਟ. ਵੀ ਇਲੈਕਟ੍ਰੋਲਾਈਟ ਕਿਹਾ ਜਾ ਕਿ ਤੁਸੀਂ ਸਟਰੋਂਗ ਇਲੈਕਟ੍ਰੋਲਾਈਟ ਯੂਜ਼ ਕਰ ਰਹੇ ਹੋ, ਉਹ ਸਟਰੋਂਗ ਹੈ ਜਾਂ ਵੀਕ ਹੈ, ਕਿਹਾ ਜਾ ਇਲੈਕਟ੍ਰੋਲਾਈਟ ਹੈ. ਸਟਰੋਂਗ ਇਲੈਕਟ੍ਰੋਲਾਈਟ ਕਿਹੜਾ ਹੁੰਦਾ ਹੈ? ਜਿਹੜਾ ਕਿ 100% डिसोसिएशन ਹੋਵੇ, ਜਿਵੇਂ all strong acids, all strong bases. ठीक है, फॉर एग्जाम्पल HCl है. ठीक है, HCl डिसोशिएट होके H पॉजिटिव आयन Cl नेगेटिव आयन च देगा. देयर इज 100% डिसोसिएशन. तो ਉਹਨੂੰ ਕੀ ਬੋਲਦੇ ਆ? ਸਟਰੋਂਗ ਇਲੈਕਟ੍ਰੋਲਾਈਟ. ਤਾਂ ਜਿੰਨੇ ਆਇਨਸ ਹੋਣਗੇ, ਜਿਹੜੀ ਇਲੈਕਟ੍ਰੋਲਾਈਟਿਕ ਕੰਡਕਟੈਂਸ ਹੈ ਉਹ ਕਿਹਦੇ ਡਿਪੈਂਡ ਕਰਦੀ ਹੈ? ਆਇਨਸ ਤੇ. ਤਾਂ ਮਤਲਬ ਕਿ ਜੇ ਸਟਰੋਂਗ ਇਲੈਕਟ੍ਰੋਲਾਈਟ ਲਵਾਂਗੇ ਤਾਂ ਆਇਨਸ ਜ਼ਿਆਦਾ ਬਣਨਗੇ, ਕੰਡਕਟੈਂਸ ਜ਼ਿਆਦਾ ਹੋਏਗੀ. नेचर नेचर होगी ना भी स्ट्रॉन्ग है कि वीक है. जो स्ट्रॉन्ग है तो ज़्यादा होएगी, जो वीक है तो घट होएगी. ठीक है, फॉर एग्जांपल एसिटिक एसिड है, इट इज़ ए वीक एसिड. तो ये जी डिसोसिएशन होएगी वो कंप्लीट नहीं होएगी क्योंकि इट इज़ ए रिवर्सिबल रिएक्शन. ठीक है, ਹੁਣ ਇਹ 'ਚ ਤਾਂ ਜੇ 100 ਮੋਲੀਕਿਊਲ ਸੀਗੇ, 100 ਆਇਨਸ ਮਿਲ ਗਏ, H ਪੋਜ਼ਿਟਿਵ ਆਇਨ Cl ਨੈਗੇਟਿਵ ਆਇਨ. ਇਹਦੇ 'ਚ ਜੇ 100 ਸੀਗੇ, ਹੋ ਸਕਦਾ ਤੁਹਾਡੇ ਕੋਲੇ ਸਿਰਫ 5 ਜਾਂ 10 ਹੀ ਐਸੀਡੇਟ ਆਇਨ ਤੇ H ਪੋਜ਼ਿਟਿਵ ਆਇਨ ਮਿਲ. ਠੀਕ ਹੈ, ਸੋ ਵੀਕ ਇਲੈਕਟ੍ਰੋਲਾਈਟਸ ਦੇ ਵਿੱਚ ਕੰਡਕਟੈਂਸ ਕੀ ਆਏਗੀ? ਫਿਰ ਘੱਟ ਆਏਗੀ. ਦੂਸਰਾ ਹੈਗਾ ਨੇਚਰ ਆਫ ਸੋਲਵੈਂਟ ਐਂਡ ਇਟਸ ਵਿਸਕੋਸਿਟੀ. ਸੋਲਵੈਂਟ ਤੇ ਵੀ ਡਿਪੈਂਡ ਕਰਦਾ ਹੈ. ਜਿਵੇਂ ਵਾਟਰ ਹੈ, ਵਾਟਰ ਇਜ਼ ਏ ਪੋਲਰ ਸੋਲਵੈਂਟ. ठीक है, विस्कोसिटी ਤੇ ਵੀ ਡਿਪੈਂਡ ਕਰਦਾ ਹੈ. ਠੀਕ ਹੈ, ਵੀ ਜਿਹੜਾ ਲਿਕੁਇਡ ਕਿੰਨਾ ਕੁ ਵਿਸਕਸ ਹੈ, ਗਾੜਾ ਕਿੰਨਾ ਕੁ ਹੈ. ਸੋ ਤੁਹਾਨੂੰ ਦੱਸਿਆ ਸੀ ਜਿੰਨਾ ਜ਼ਿਆਦਾ ਵਿਸਕਸ ਹੋਏਗਾ ਉਹਦੇ ਚ ਮੂਵਮੈਂਟ ਆਫ ਆਇਨਸ ਉਨਾ ਹੀ ਡਿਫਿਕਲਟ ਹੋਏਗਾ, ਤਾਂ ਕੰਡਕਟੈਂਸ ਘਟੇਗੀ. ਠੀਕ ਹੈ, ਜਿਹੜੇ ਪੋਲਰ ਸੋਲਵੈਂਟਸ ਨੇ ਉਹ ਫੇਵਰ ਕਰਦੇ ਨੇ. ਠੀਕ ਹੈ, ਟੂਵਰਡਸ ਕੰਡਕਟੈਂਸ, ਉਹਦੇ ਨਾਲ ਕੰਡਕਟੈਂਸ ਵੱਧਦੀ ਹੈ ਜਿਹੜੇ ਪੋਲਰ ਸੋਲਵੈਂਟਸ ਜਿਹੜੇ ਹੋਣਗੇ. ਠੀਕ ਹੈ, ਸੋ ਇਹ ਹੈਗਾ ਨੇਚਰ ਆਫ ਸੋਲਵੈਂਟ ਤੇ ਕਿਵੇਂ ਡਿਪੈਂਡ ਕਰਦਾ ਹੈਗਾ. ਸੋ पोलैरिटी ज़्यादा होनी चाहिए. मोर द पोलैरिटी, ठीक है, मोर इज द कंडक्टेंस. सो हायर द विस्कोसिटी, लेसर इज द कंडक्टेंस. सो विस्कोसिटी हायर, कंडक्टेंस की हो जाएगी? घट हो जाएगी. ठीक है, जबकि पोलैरिटी जिन्ने ज़्यादा उन्नी कंडक्टेंस बढ़ जूगी. सो कंडक्टेंस जिहड़ी है वो वधेगी. उस तो बाद आ गया साइज ऑफ आयन प्रोड्यूस्ड एंड द सॉल्वेशन. हुण तुहानूं पता है भी जदों असी कोई भी सोल्यूशन लवांगे, ठीक है, जिवें NaCl पानी च घोलता, तां की होएगा? सोडियम आयन्स ते क्लोराइड आयन्स दे विल बी सॉल्वेटेड. सॉल्वेटेड मतलब वाटर उन्होंने सराउंड कर लूगा. ठीक है, जिवें सोडियम नूं किवें सराउंड करूगा? सोडियम के केस दे विच की होएगा? हाँ, जिहड़े ऑक्सीजन है वो क्योंकि नैगेटिवली चार्ज होंदी है वाटर दी, सो ऑक्सीजन विल बी नीयर सोडियम आयन्स. सो इस तरह इनू वाटर सराउंड कर लूगा इस आयन्स नू. तां इसे तरह ही जिहड़ी क्लोरीन है,
ਉਸ ਨੂੰ ਵੀ ਹੁਣ ਇਹ ਕਲੋਰਾਈਡ ਹੈ ਤਾਂ ਕਲੋਰਾਈਡ ਨੂੰ ਵੀ ਵਾਟਰ ਜਿਹੜਾ ਸਰਾਊਂਡ ਕਰ ਲੂਗਾ ਇਸ ਤਰ੍ਹਾਂ, ਤੈਨੂੰ ਕੀ ਬੋਲਦੇ ਨੇ ਸੋਲਵੇਟਡ ਆਇਨਸ। ਤਾਂ ਹੁਣ ਇਹ ਆਇਨਸ ਕੀ ਹੋ ਗਏ ਸੋਲਵੇਟਡ ਹੋ ਗਏ, ਭਾਰੇ ਹੋ ਗਏ। ਪਹਿਲਾਂ ਤਾਂ ਇਹਨੇ ਇਕੱਲੇ ਨੇ ਤੁਰ ਕੇ ਜਾਣਾ ਸੀਗਾ, ਠੀਕ ਹੈ, ਟੂਵਰਡਸ ਦਾ ਆਪੋਜ਼ਿਟ ਇਲੈਕਟ੍ਰੋਡ। ਹੁਣ ਇਹ ਨਾਲ ਹੋਰ 2-3 ਹੋਰ ਚੜ ਗਏ ਉਹਦੇ ਉੱਪਰ, ਠੀਕ ਹੈ, ਵੀ ਹੁਣ ਤੁਰ। ਫਿਰ ਉਹਨੂੰ ਮੂਵ ਕਰਨਾ ਈਜ਼ੀ ਹੋਊਗਾ ਕਿ ਡਿਫਿਕਲਟ ਹੋਊਗਾ, ਠੀਕ ਹੈ, ਉਨਾ ਹੀ ਮੁਸ਼ਕਿਲ ਹੋਊਗਾ ਕਿਉਂਕਿ ਸੋਲਵੇਟਡ ਹੋ ਗਏ। ਹੁਣ ਪਾਣੀ ਵੀ ਹੈ, ਸੋ ਪਾਣੀ ਨਾਲ ਉਹਨੂੰ ਸਰਾਊਂਡ ਕਰ ਦੇਣਾ, ਉਹਨੂੰ ਭਾਰੀ ਬਣਾ ਦੇਣਾ ਪਾਣੀ ਨੇ, ਠੀਕ ਹੈ। ਸੋ ਸੋਲਵੇਸ਼ਨ ਕਰਕੇ ਇਹਨਾਂ ਦਾ ਸਾਈਜ਼ ਵੱਡਾ ਹੋ ਜਾਂਦਾ ਹੈ। ਸਾਈਜ਼ ਵੱਡਾ ਹੋਏਗਾ ਤਾਂ ਉਹਨੂੰ ਮੂਵ ਕਰਨਾ ਮੁਸ਼ਕਿਲ ਹੋ ਜਾਊਗਾ, ਠੀਕ ਹੈ। ਹਾਂ, ਸਾਈਜ਼ ਵੱਡਾ ਉਨੀ ਕੰਡਕਟੈਂਸ ਘੱਟ, ਠੀਕ ਹੈ। ਸੋ ਸਟਰੋਂਗਲੀ ਸੋਲਵੇਟਡ ਜਿਹੜੇ ਹੋਣਗੇ ਇਫੈਕਟਿਵ ਸਾਈਜ਼ ਉਹਨਾਂ ਦਾ ਵੱਧ ਜੂਗਾ ਤੇ ਕੰਡਕਟੈਂਸ ਘਟ ਜੂਗੀ। ਸੋ ਸੋਲਵੇਸ਼ਨ ਜਿੰਨੀ ਜ਼ਿਆਦਾ ਕੰਡਕਟੈਂਸ ਕੀ ਹੋਏਗੀ ਕੰਡਕਟੈਂਸ ਘਟ ਜੂਗੀ। ਇਹ 3 ਪੁਆਇੰਟ ਸਮਝ ਆ ਗਏ ਬੇਟਾ। ਸੋ ਨੇਚਰ ਆਫ ਇਲੈਕਟ੍ਰੋਲਾਈਟ ਸਟਰੋਂਗ ਹੈ ਕਿ ਵੀਕ ਹੈ, ਸਟਰੋਂਗ ਹੈ ਜ਼ਿਆਦਾ ਕੰਡਕਟੈਂਸ ਕਰੂਗਾ। ਨੇਚਰ ਆਫ ਸੋਲਵੈਂਟ, ਠੀਕ ਹੈ, ਕੀ ਸੋਲਵੈਂਟ ਪੋਲਰ ਹੈ, ਜੇ ਪੋਲਰ ਸੋਲਵੈਂਟ ਹੈ ਉਹ ਕੰਡਕਟੈਂਸ 'ਚ ਹੈਲਪ ਕਰੂਗਾ। ਕੀ ਸੋਲਵੈਂਟ ਵਿਸਕਸ ਹੈ, ਗਾੜਾ ਹੈਗਾ, ਜਿੰਨਾ ਗਾੜਾ ਜ਼ਿਆਦਾ ਹੋਏਗਾ ਉਹ ਕੰਡਕਟੈਂਸ ਘਟਾਊਗਾ, ਠੀਕ ਹੈ। ਸਾਈਜ਼ ਆਫ ਆਇਨ, ਸਾਈਜ਼ ਆਫ ਆਇਨ ਜਿੰਨਾ ਸੋਲਵੇਸ਼ਨ ਜ਼ਿਆਦਾ ਹੋਏਗੀ ਉਹਨਾਂ ਉਹਦਾ ਸਾਈਜ਼ ਵਧੂਗਾ। ਸਾਈਜ਼ ਵਧੂਗਾ ਤਾਂ ਉਹਨੂੰ ਮੂਵ ਕਰਨਾ ਮੁਸ਼ਕਿਲ ਹੋਊਗਾ, ਕੰਡਕਟੈਂਸ ਘਟੂਗੀ। ਅਗਲਾ ਆ ਜਾਓ ਕੰਸਨਟ੍ਰੇਸ਼ਨ ਆਫ ਸੋਲਿਊਸ਼ਨ। ਹੁਣ ਕੰਸਨਟ੍ਰੇਸ਼ਨ ਕਿਵੇਂ ਪ੍ਰਭਾਵਿਤ ਕਰਦੀ ਹੈ? ਹਾਂਜੀ, ਕੰਸਨਟ੍ਰੇਸ਼ਨ ਕਿਵੇਂ ਪ੍ਰਭਾਵਿਤ ਕਰੂਗੀ? ਜਿੰਨੀ ਜ਼ਿਆਦਾ ਕੰਸਨਟ੍ਰੇਸ਼ਨ, ਠੀਕ ਹੈ, ਕੰਸਨਟ੍ਰੇਸ਼ਨ ਜ਼ਿਆਦਾ ਤਾਂ ਕੀ ਹੈ ਪਾਰਟੀਕਲਸ, ਠੀਕ ਹੈ, ਨੇੜੇ ਨੇੜੇ ਜ਼ਿਆਦਾ ਨੇ, ਉਹਨਾਂ 'ਚ ਆਪਸੀ ਅਟਰੈਕਸ਼ਨ ਜ਼ਿਆਦਾ ਹੋਏਗੀ, ਉਹ ਇੱਕ ਦੂਜੇ ਨੂੰ ਮੂਵ ਨਹੀਂ ਕਰਨ ਦੇਣਗੇ, ਠੀਕ ਹੈ। ਕਲਾਸ ਦੇ ਵਿੱਚ ਜਿੰਨੀ ਗਿਣਤੀ ਜ਼ਿਆਦਾ ਹੈ, ਠੀਕ ਹੈ, ਤਾਂ ਕਿ ਜਿਹੜੇ ਪਿਛਲੇ ਬੱਚੇ ਨੇ ਉਹ ਆਪਸ 'ਚ ਗੱਲਾਂ ਕਰਨ ਲੱਗ ਜਾਣਗੇ, ਠੀਕ ਹੈ, ਇੰਟਰੈਕਸ਼ਨ ਹੈ ਉਹਨਾਂ ਦੇ ਵਿੱਚ, ਠੀਕ ਹੈ। ਤਾਂ ਇਸੇ ਤਰ੍ਹਾਂ ਹੀ ਕੰਸਨਟ੍ਰੇਸ਼ਨ ਜਿੰਨੀ ਜ਼ਿਆਦਾ, ਠੀਕ ਹੈ, ਅਟਰੈਕਸ਼ਨ ਉਨੀ ਜ਼ਿਆਦਾ, ਉਹਨਾਂ 'ਚ ਆਪਸੀ ਅਟਰੈਕਸ਼ਨ ਕੀ ਹੈਗੀ ਜ਼ਿਆਦਾ। ਜਦੋਂ ਅਟਰੈਕਸ਼ਨ ਜ਼ਿਆਦਾ ਹੈ, ਠੀਕ ਹੈ, ਉਹ ਧਿਆਨ ਨਹੀਂ ਦੇਣਗੇ, ਠੀਕ ਹੈ, ਆਪਸ 'ਚ ਗੱਲਾਂ ਕਰਨਗੇ ਤਾਂ ਪੜ੍ਹਾਈ ਦੇ ਵਿੱਚ ਕੀ ਹੋ ਗਏ ਕਮਜ਼ੋਰ ਹੋ ਗਏ, ਠੀਕ ਹੈ ਨਾ। ਤਾਂ ਇਸੇ ਤਰ੍ਹਾਂ ਹੀ ਇਲੈਕਟ੍ਰਿਸਿਟੀ 'ਚ ਕੀ ਹੋਏਗਾ ਆਇਨਸ ਨੇ, ਠੀਕ ਹੈ, ਉਹਨਾਂ ਦੀ ਕੰਸਨਟ੍ਰੇਸ਼ਨ ਜ਼ਿਆਦਾ ਆ, ਉਹਨਾਂ 'ਚ ਆਪਸੀ ਅਟਰੈਕਸ਼ਨ ਹੀ ਇੱਕ ਦੂਜੇ ਨੂੰ ਖਿੱਚੀ ਜਾਂਦੇ ਨੇ। ਜਿਹੜਾ ਮੇਨ ਕੰਮ ਸੀ ਕੰਡਕਟੈਂਸ ਦਾ ਉਹ ਤਾਂ ਕਰ ਹੀ ਨਹੀਂ ਰਹੇ, ਠੀਕ ਹੈ। ਉਹ ਆਪੋਜ਼ਿਟ ਜਿਹੜੇ ਚਾਰਜ ਹੈ, ਪੋਟੈਂਸ਼ੀਅਲ ਡਿਫਰੈਂਸ ਹੈ, ਉਹ ਤਾਂ ਉਹਨਾਂ ਨੂੰ ਬੁਲਾ ਰਿਹਾ ਵੀ ਤੂੰ ਇੱਧਰ ਆ, ਪੋਜ਼ਿਟਿਵ ਵਾਲੇ ਇੱਧਰ ਆਓ, ਨੈਗੇਟਿਵ ਵਾਲੇ ਇੱਧਰ ਆਓ, ਪਰ ਉਹ ਆਪਸ 'ਚ ਅਟਰੈਕਸ਼ਨ ਕਰੀ ਬੈਠੇ ਨੇ, ਠੀਕ ਹੈ, ਮੂਵ ਨਹੀਂ ਕਰ ਰਹੇ। ਸੋ ਕੰਡਕਟੈਂਸ ਕੀ ਹੋ ਜੂਗੀ ਘਟ ਜੂਗੀ। ਹਾਂਜੀ ਹਾਂਜੀ ਬੇਟਾ, ਰੇਟ ਆਫ ਰਿਐਕਸ਼ਨ ਇਹ ਆਪਾਂ ਗੱਲ ਕਰਾਂਗੇ ਕੰਡਕਟੈਂਸ ਦੀ, ਠੀਕ ਹੈ। ਰੇਟ ਜਿਹੜਾ ਹੈਗਾ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦਾ ਹੈ, ਬਟ ਵੀ ਆਰ ਸਟੱਡਿੰਗ ਕੰਡਕਟੈਂਸ। ਸੋ ਕੰਡਕਟੈਂਸ ਡਿਪੈਂਡ ਕਰਦੀ ਹੈ ਮੂਵਮੈਂਟ ਤੇ। ਤਾਂ ਹੁਣ ਅਟਰੈਕਸ਼ਨ ਨੇ ਕੀ ਕਰਤੀ ਉਹਨਾਂ ਦੀ ਮੂਵਮੈਂਟ ਘਟਾਤੀ। ਅੱਛਾ, ਡਿਲੂਸ਼ਨ, ਜੇ ਆਪਾਂ ਡਿਲੂਸ਼ਨ ਕਰ ਦਿੰਦੇ ਹਾਂ ਫਿਰ ਕੀ ਹੁੰਦਾ? ਹੁਣ ਮੈਂ ਡਿਲੂਸ਼ਨ ਕਰਦਾ, ਠੀਕ ਹੈ, ਹਾਂ, ਵੀ ਜਿਹੜੇ ਬੋਲਦੇ ਨੇ ਬਾਹਰ ਚਲੇ ਜਾਓ, ਠੀਕ ਹੈ, ਆਪ ਹੀ ਡਿਲੂਸ਼ਨ ਹੋ ਗਈ, ਨੰਬਰ ਘਟ ਗਿਆ, ਠੀਕ ਹੈ, ਕਰਨੀ ਪੈਣੀ ਹੈ ਡਿਲੂਸ਼ਨ। ਸੋ ਡਿਲੂਸ਼ਨ ਕਰਕੇ ਕੀ ਹੋ ਗਿਆ ਅਟਰੈਕਸ਼ਨ ਕੀ ਹੋ ਗਈ ਘਟ ਗਈ, ਅਟਰੈਕਸ਼ਨ ਘਟ ਗਈ, ਕੰਡਕਟੈਂਸ ਕੀ ਹੋ ਜੂਗੀ, ਠੀਕ ਹੈ। ਫਿਰ ਜਿਹੜੇ ਡਿਸਟਰਬ ਹੋ ਰਹੇ ਨੇ ਪੜ੍ਹਾਈ ਦੇ ਵਿੱਚ ਉਹਨਾਂ ਦੀ ਕੰਸਨਟ੍ਰੇਸ਼ਨ ਵੱਧ ਜੂਗੀ, ਮਾਰਕਸ ਹੋਰ ਵੱਧ ਆਉਣਗੇ, ਠੀਕ ਹੈ। ਸੋ ਦਿਸ ਇਜ਼ ਦੀ ਡਿਲੂਸ਼ਨ। ਸੋ ਡਿਲੂਸ਼ਨ ਕਰਨ ਦੇ ਨਾਲ ਕੀ ਹੁੰਦਾ ਆਇਨਸ ਦੂਰ ਦੂਰ ਚਲੇ ਜਾਂਦੇ ਨੇ, ਠੀਕ ਹੈ, ਕਿਉਂਕਿ ਵਿੱਚ ਕੀ ਆ ਗਿਆ ਵਾਟਰ ਆ ਗਿਆ। ਹੁਣ ਆਇਨਸ ਦੂਰ ਨੇ, ਠੀਕ ਹੈ, ਈਜ਼ੀਲੀ ਮੂਵ ਕਰ ਸਕਦੇ ਨੇ ਜਦੋਂ ਆਪਾਂ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਾਂਗੇ। ਉਸ ਤੋਂ ਬਾਅਦ ਆ ਗਿਆ ਟੈਂਪਰੇਚਰ। ਹੁਣ ਟੈਂਪਰੇਚਰ ਦਾ ਕੀ ਇਫੈਕਟ ਹੋਏਗਾ? ਟੈਂਪਰੇਚਰ ਦਾ ਕੀ ਇਫੈਕਟ ਹੋ ਗਿਆ? ਚਾਹੇ ਸਾਡੇ ਕੋਲੇ ਸਟਰੋਂਗ ਇਲੈਕਟ੍ਰੋਲਾਈਟ ਹੈ, ਚਾਹੇ ਤਾਂ ਸਟਰੋਂਗ ਇਲੈਕਟ੍ਰੋਲਾਈਟ ਹੈ, ਚਾਹੇ ਉਹ ਵੀਕ ਇਲੈਕਟ੍ਰੋਲਾਈਟ ਹੈ, ਦੱਸੋ ਵੀ
ਟੈਂਪਰੇਚਰ ਦੇ ਨਾਲ ਕੰਡਕਟੈਂਸ ਕੀ ਹੁੰਦੀ ਹੈ, ਵੱਧਦੀ ਹੈ ਕਿ ਘਟਦੀ ਹੈ? ਵਧੇਗੀ, ਕਿਉਂਕਿ ਇਲੈਕਟ੍ਰੋਲਾਈਟਿਕ ਕੰਡਕਟੈਂਸ ਦੀ ਗੱਲ ਕਰਦੇ ਹਾਂ ਆਪਾਂ, ਡਿਫਰੈਂਸ ਵੀ ਕਰਿਆ ਸੀਗਾ ਵੀ ਇਹ ਵਧੂਗੀ। ਸੋ ਜਦੋਂ ਆਪਾਂ ਟੈਂਪਰੇਚਰ ਵਧਾਵਾਂਗੇ ਤਾਂ ਚਾਹੇ ਸਟਰੋਂਗ ਇਲੈਕਟ੍ਰੋਲਾਈਟ ਹੈ ਚਾਹੇ ਵੀਕ ਇਲੈਕਟ੍ਰੋਲਾਈਟ ਹੈ, ਉਹਨਾਂ ਦੀ ਕੰਡਕਟੈਂਸ ਇੰਕਰੀਜ਼ ਕਰੂਗੀ ਵਿਦ ਇੰਕਰੀਜ਼ ਇਨ ਟੈਂਪਰੇਚਰ। ਕਿਉਂ? ਕਿਉਂਕਿ ਸਟਰੋਂਗ ਇਲੈਕਟ੍ਰੋਲਾਈਟ ਸੀਗੇ, ਜਦੋਂ ਟੈਂਪਰੇਚਰ ਵਧਾਤਾ ਤਾਂ ਉਹ ਦੂਰ ਦੂਰ ਚਲੇ ਗਏ। ਠੀਕ ਹੈ, ਟੈਂਪਰੇਚਰ ਵਧਣ ਦੇ ਨਾਲ ਤੁਹਾਨੂੰ ਪਤਾ ਪਾਰਟੀਕਲਸ ਦੂਰ ਜਾਣਗੇ, ਜਦੋਂ ਦੂਰ ਜਾਣਗੇ ਅਟਰੈਕਸ਼ਨ ਘਟੂਗੀ, ਕੰਡਕਟੈਂਸ ਵਧੂਗੀ। ਠੀਕ ਹੈ, ਸੋ ਇਹੀ ਚੀਜ਼ ਹੋ ਰਿਹਾ। ਠੀਕ ਹੈ, ਅਟਰੈਕਸ਼ਨ ਘਟ ਰਹੀ ਹੈ, ਜਦੋਂ ਟੈਂਪਰੇਚਰ ਵਧਾ ਰਹੇ ਹਾਂ ਤਾਂ ਕੰਡਕਟੈਂਸ ਵਧ ਰਹੀ ਹੈ। ਤੇ ਵੀਕ ਇਲੈਕਟ੍ਰੋਲਾਈਟ 'ਚ ਕੀ ਹੋ ਗਿਆ? ਹੁਣ ਵੀਕ ਦੇ ਵਿੱਚ ਫਾਰ ਐਗਜ਼ਾਮਪਲ ਐਸੀਟਿਕ ਐਸਿਡ ਆਪਾਂ ਸਟੱਡੀ ਕਰ ਰਹੇ ਸੀਗੇ, ਤਾਂ ਇਹਦੇ 'ਚ ਰਿਵਰਸੀਬਲ ਰਿਐਕਸ਼ਨ ਸੀ। ਠੀਕ ਹੈ, ਪਹਿਲਾਂ ਜਿਹੜੀ ਡਿਗਰੀ ਆਫ ਡਿਸੋਸੀਏਸ਼ਨ ਸੀ ਘੱਟ ਸੀ, 100 ਚੋਂ 5 ਜਾਂ 10 ਹੀ ਆਇਨਸ ਬਣ ਰਹੇ ਸੀਗੇ। ਠੀਕ ਹੈ, ਪਰ ਜਦੋਂ ਟੈਂਪਰੇਚਰ ਵਧਾਤਾ ਤਾਂ ਇਹਨਾਂ ਦੇ ਪਾਰਟੀਕਲਸ ਵੀ ਵੱਧ ਜਾਣਗੇ, ਡਿਗਰੀ ਆਫ ਡਿਸੋਸੀਏਸ਼ਨ ਵੱਧ ਜਾਊਗੀ ਟੈਂਪਰੇਚਰ ਦੇ ਨਾਲ, ਆਇਨਸ ਵੱਧ ਗਏ ਤੇ ਦੂਰ ਦੂਰ ਵੀ ਹੋ ਗਏ, ਤਾਂ ਵੀਕ ਇਲੈਕਟ੍ਰੋਲਾਈਟ ਦੀ ਜਿਹੜੀ ਕੰਡਕਟੈਂਸ ਹੈ ਟੈਂਪਰੇਚਰ ਨਾਲ ਵੱਧ ਜੂਗੀ। ਮੈਟੈਲਿਕ ਘਟਦੀ ਹੈ ਨਾ, ਇਹ ਇਲੈਕਟ੍ਰੋਲਾਈਟਿਕ ਹੈ, ਇਹ ਵਧੂਗੀ। ਸਮਝ ਆ ਗਿਆ ਬੇਟਾ?